ਫਲ ਭਾਣ। ਮਿਲ ਸੰਗਤ ਧਨ ਧਨ ਕਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਗਰਭ ਗੰਜਨ ਦੁਸ਼ਟ ਭੰਜਨ, ਕਰੀਮੁਲ ਕਮਾਲ ਹੁਸਨੁਲ ਜਮਾਲ। ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ। ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਦੀਨ ਦੁਨੀਨ ਦੇ ਥੰਮ ਸੇਵਾ ਤੇ ਸਿਮਰਨ ਦੇ ਮੁਜੱਸਮੇ, ਗੁਰੂ ਨਾਨਕ ਜੋਤ ਦੇ ਚੌਥੇ ਵਾਰਿਸ, ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਅੰਮ੍ਰਿਤ ਸਰੋਵਰ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕਰਨ ਵਾਲੇ, ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਅੰਮ੍ਰਿਤ ਜਲ ਦੇ ਨਾਲ ਸ਼ਰਸ਼ਾਰ ਕਰਨ ਵਾਲੇ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਜਿਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ ਕੀਤੀ ਗਈ, ਅੱਜ ਦੇ ਇਹ ਗੁਰਮਤਿ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਵਿਖੇ ਗੁਰੂ ਸੰਗਤ ਦੀ ਜੁਗਤ ਦੁਆਰਾ ਸਤਿਗੁਰਾਂ ਦੇ ਹਜ਼ੂਰ ਸਜਿਆ ਹੈ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਬਰ ਤੋੜ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਪਾਸੋਂ ਆਪ ਜੀ ਨੇ ਧੁਰ ਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕੀਤੇ ਹਨ। ਆਓ ਅੱਜ ਦਾ ਜੋ ਵਿਸ਼ਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਉਸ ਵਿਸ਼ੇ 'ਤੇ ਸਤਿਗੁਰੂ ਜੀ ਦੇ ਪਰ ਉਪਕਾਰ ਯਾਦ ਕਰਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਆਪਾਂ ਪਾਈਏ। ਸਭ ਤੋਂ ਪਹਿਲਾਂ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਘਰ, ਅਗੰਮ ਗੁਣ ਜਾਨ ਨਿਧਾਨ ਹਰ ਮਨ ਧਰੋ। ਧਿਆਨ ਐਨਸ ਕਰੋ ਬਚਨ ਗੁਰ ਹਿਰਦੈ ਧਰ। ਇਹ ਅੰਮ੍ਰਿਤਮਈ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1400 ਤੇ ਭੱਟ ਸਾਹਿਬਾਨ ਦੇ ਜੋ ਉਚਾਰਨ ਕੀਤੇ ਹੋਏ ਸਵਈਏ ਹਨ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਰੂਪ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਹੋਏ ਭੱਟ ਸਾਹਿਬਾਨ ਨੇ ਇਹ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਜਿਸ ਵਿੱਚ ਭੱਟ ਸਾਹਿਬਾਨ ਸਾਨੂੰ ਪ੍ਰੇਰਿਤ ਕਰ ਰਹੇ ਨੇ ਕਿ ਹੇ ਜੀਵ, ਸਦਾ ਹੀ ਆਪਣੀ ਰਸਨਾ ਤੋਂ ਸ਼ਰਧਾ ਭਾਵਨਾ ਦੇ ਨਾਲ
ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ। ਗੁਰੂ ਗੁਰੂ ਜਪਣਾ ਚਾਹੀਦਾ ਹੈ, ਕਿਉਂਕਿ ਗੁਰੂ ਵਿੱਚ ਇੰਨੀਆਂ ਬਖਸ਼ਿਸ਼ਾਂ ਨੇ, ਰਹਿਮਤਾਂ ਨੇ ਕਿ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਵਡਿਆਈ, ਗੁਰੂ ਦੀ ਸਿਫਤ ਸਲਾਹ ਆਉਂਦੀ ਹੈ, ਸਾਹਿਬ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ, ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਰਨ ਦੋਹੋਂ ਤੇ ਰਹੈ। ਜਿਹੜਾ ਗੁਰੂ ਗੁਰੂ ਜਪਦਾ, ਜਿੱਥੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ, ਉੱਥੇ ਉਸ ਜੀਵ ਦਾ ਲੋਕ ਪਰਲੋਕ ਹਲਤ ਪਲਤ ਸਵਰ ਜਾਂਦਾ ਹੈ। ਪੁਰਾਤਨ ਗੁਰਸਿੱਖਾਂ ਦਾ ਵੀ ਜਦੋਂ ਅਸੀਂ ਇਤਿਹਾਸ ਪੜ੍ਹੀਏ, ਨਾਦਰ ਸ਼ਾਹ ਵਰਗੇ ਜਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਜਦੋਂ ਹਮਲਾਵਰ ਬਣ ਕੇ ਆਏ, ਇੱਕ ਖਾਸੀਅਤ ਉਸ ਸਮੇਂ ਦੇ ਗੁਰਸਿੱਖਾਂ ਵਿੱਚ ਉਹਨਾਂ ਨੇ ਵੇਖੀ, ਤੇ ਖਾਸ ਕਰਕੇ ਜ਼ਕਰੀਆ ਖਾਨ ਲਾਹੌਰ ਦਾ ਜਿਹੜਾ ਗਵਰਨਰ ਸੀ, ਜਿਹਨੇ ਹਰ ਪ੍ਰਕਾਰ ਦਾ ਤਸ਼ੱਦਦ ਸਿੱਖਾਂ 'ਤੇ ਕੀਤਾ, ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਪਰ ਇੱਕ ਸਿਫਤ ਉਹਨੇ ਨਾਦਰ ਸ਼ਾਹ ਦੁਰਾਨੀ ਨੂੰ ਗੁਰਸਿੱਖਾਂ ਦੀ ਦੱਸੀ ਕਿ ਬਾਤ ਬਾਤ ਪਰ ਗੁਰੂ ਅਲੈ ਹੈ, ਕਿ ਇਹ ਹਰ ਗੱਲ ਦੇ ਨਾਲ ਗੁਰੂ ਗੁਰੂ ਜਪਦੇ ਨੇ, ਗੁਰੂ ਗੁਰੂ ਕਹਿੰਦੇ ਨੇ। ਪਤਾ ਨਹੀਂ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਕਿਹੜੀ ਸ਼ਕਤੀ ਦੇ ਦਿੱਤੀ ਹੈ। ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਿਆਤ ਦਿਓ ਹੈ, ਇਨਕੋ ਮਾਰਤ ਹਮ ਥਕ ਗਇਓ। ਇਹ ਨਿਤ ਬਾੜਤ ਨਏ ਭਇਓ, ਜਿਮ ਕਾਟੇ ਤੇ ਵਧੇ ਗੁਲਾਬ। ਜਿਵੇਂ ਗੁਲਾਬ ਦੀ ਫਸਲ ਨੂੰ ਜਿੰਨਾ ਵੀ ਕੱਟੀਏ ਓਨਾ ਉਹਦਾ ਹੋਰ ਵਿਸਥਾਰ ਹੁੰਦਾ ਹੈ। ਇਹਨਾਂ ਨੂੰ ਮਾਰਦਿਆਂ ਅਸੀਂ ਥੱਕ ਗਏ ਹਾਂ, ਪਰ ਇਹ ਗੁਰੂ ਗੁਰੂ ਜਪਦੇ ਹੋਏ ਫਿਰ ਬੜੀ ਚੜ੍ਹਦੀ ਕਲਾ ਦੇ ਵਿੱਚ ਆਤਮਿਕ ਜੀਵਨ ਜਿਹੜਾ ਉਹ ਜਿਉਂਦੇ ਹਨ। ਅਸੀਂ ਇੱਥੇ ਤੱਕ ਵੀ ਰੋਕ ਲਾ ਕੇ ਵੇਖ ਲਈ ਹੈ ਕਿ ਗੁੜ ਸ਼ਬਦ ਨੂੰ ਕਾਨੂੰਨਨ ਤੌਰ 'ਤੇ ਅਸੀਂ ਗੁੜ ਕਹਿਣਾ ਬੰਦ ਕਰਕੇ ਇਹ ਐਲਾਨ ਕੀਤਾ ਕਿ ਗੁੜ ਨੂੰ ਭੇਲੀ ਕਿਹਾ ਜਾਵੇ, ਵੀ ਕਿਤੇ ਗੁੜ ਕਿਆ ਸਿੱਖਾਂ ਨੂੰ ਗੁਰੂ ਨਾ ਚੇਤੇ ਆ ਜਾਵੇ। ਪਰ ਫਿਰ ਵੀ ਇਹ ਹਰ ਗੱਲ ਦੇ ਨਾਲ ਗੁਰੂ ਗੁਰੂ ਕਰਦੇ ਨੇ, ਵੀ ਜੋ ਗੁਰੂ ਕਰਾਵੇਗਾ ਉਹ ਕਰਾਂਗੇ, ਜੋ ਗੁਰੂ ਕਰਾਉਂਦਾ ਉਹਦੇ ਵਿੱਚ ਭਲਾ ਹੈ। ਇਹ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਦੁਰਾਨੀ ਨੂੰ ਕਿਹਾ ਸੀ ਵੀ ਇਹਨਾਂ ਦੀ ਇਹ ਖਾਸੀਅਤ ਹੈ ਕਿ ਜਿੰਨਾ ਮਰਜ਼ੀ ਦੁੱਖ ਸੁੱਖ, ਉਤਰਾ ਚੜਾ, ਖੁਸ਼ੀ ਗਮੀ ਇਹਨਾਂ ਦੀ ਜ਼ਿੰਦਗੀ ਵਿੱਚ ਆ ਜਾਵੇ, ਪਰ ਇਹ ਗੁਰੂ ਗੁਰੂ ਕਰਨੋਂ ਨਹੀਂ ਹਟਦੇ। ਇਹ ਬਾਤ ਬਾਤ ਪਰ ਗੁਰੂ ਅਲੈ ਹੈ। ਇਸ ਕਰਕੇ ਭੱਟ ਸਾਹਿਬਾਨ ਨੇ ਸਾਨੂੰ ਪ੍ਰੇਰਨਾ ਕੀਤੀ ਹੈ ਕਿ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਭਾਈ ਜੇਠਾ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿਮਰਿਆ, ਤੇ ਸੱਚਮੁੱਚ ਉਹਨਾਂ ਦੇ ਜੀਵਨ ਵਿੱਚ ਇੱਕ ਕਰਾਮਾਤ ਵਾਪਰੀ ਕਿ ਜਿਹੜਾ ਬਾਲਕ ਇਹ ਕਹਿ ਰਿਹਾ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਭਾਈ ਜੇਠਾ ਜੀ ਨੇ ਇਹ ਪ੍ਰਵਾਨ ਕੀਤਾ ਕਿ ਜਦੋਂ ਛੋਟੀ ਅਵਸਥਾ ਦੇ ਵਿੱਚ ਅਜੇ 7 ਸਾਲ ਦੀ ਉਮਰ ਸੀ ਕਿ ਮਾਤਾ ਪਿਤਾ ਚਲਾਣਾ ਕਰ ਗਏ, ਇਸ ਹਾਲਤ ਦੇ ਵਿੱਚ ਜਦੋਂ ਉਹ ਯਤੀਮ ਹੋ ਗਏ ਤੇ ਸਕੇ ਚਾਚੇ ਤਾਏ ਵੀ ਇਹ ਕਹਿ ਕੇ ਸਾਥ ਛੱਡ ਗਏ ਕਿ ਹੁਣ ਇਸ ਬਾਲਕ ਦੀ ਅਸੀਂ ਮਦਦ ਨਹੀਂ ਕਰ ਸਕਦੇ, ਸਹਾਇਤਾ ਨਹੀਂ ਕਰ ਸਕਦੇ। ਅੱਜ ਵੀ ਜਦੋਂ ਸੰਸਾਰੀ ਤਲ ਤੇ ਅਸੀਂ ਵੇਖਦੇ ਹਾਂ ਤੇ ਸਤਿਗੁਰੂ ਦੀ ਬਾਣੀ ਦਾ ਇਹ ਪਵਿੱਤਰ ਬਚਨ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਹਨੇਰੇ ਵਿੱਚ ਤਾਂ ਮਨੁੱਖ ਦਾ ਪਰਛਾਵਾਂ ਵੀ ਮਨੁੱਖ ਦਾ ਸਾਥ ਛੱਡ ਜਾਂਦਾ ਹੈ, ਪਰ ਜਦੋਂ ਕਿਤੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਕਿ ਸਾਰੇ ਸਾਥ ਛੱਡ ਦੇਣ
ਤੇ ਉਸ ਅਵਸਥਾ ਵਿੱਚ ਵੀ ਜੇ ਕਿਤੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਜੇ ਕਿਤੇ ਸ਼ਰਧਾ ਨਾਲ ਭਾਵਨਾ ਦੇ ਨਾਲ ਗੁਰੂ ਨੂੰ ਯਾਦ ਕੀਤਾ ਜਾਵੇ ਤੇ ਸੱਚਮੁੱਚ ਜਦੋਂ ਸਾਰੇ ਸਾਥ ਛੱਡ ਜਾਣ, ਕੋਈ ਵੀ ਸਾਡਾ ਮਿੱਤਰ ਬੇਲੀ ਨਾ ਹੋਵੇ, ਕੋਈ ਸਾਡਾ ਮਦਦਗਾਰ ਨਾ ਬਣੇ, ਸਤਿਗੁਰੂ ਉੱਥੇ ਵੀ ਸਾਡੀ ਮਦਦ ਲਈ ਹਰ ਵੇਲੇ ਅੰਗ ਸੰਗ ਹੋ ਕੇ ਨਵਾਜਦੇ ਨੇ। ਕਿਉਂਕਿ ਭਾਈ ਜੇਠਾ ਜੀ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਸਾਰਾ ਕੁਝ ਹੰਢਾਇਆ ਕਿ ਜਦੋਂ ਯਤੀਮ ਹੋ ਕੇ ਲਾਹੌਰ ਦੀ ਧਰਤੀ ਤੋਂ ਤੁਰਨ ਲੱਗੇ ਆਪਣੀ ਨਾਨੀ ਦੇ ਨਾਲ ਪਿੰਡ ਬਾਸਰਕੇ ਵੱਲ ਆਉਣ ਲਈ, ਤੇ ਹਾਲਤ ਇਸ ਤਰ੍ਹਾਂ ਦੀ ਸੀ ਕਿ ਨਾਨਕਾ ਪਰਿਵਾਰ ਵੀ ਇੰਨਾ ਅਮੀਰ ਨਹੀਂ ਸੀ ਕਿ ਉਹ ਇਹਨਾਂ ਯਤੀਮ ਬੱਚਿਆਂ ਨੂੰ ਬਿਠਾ ਕੇ ਇਹਨਾਂ ਦੀ ਪਾਲਣ ਪੋਸ਼ਣ ਕਰ ਸਕੇ। ਇੱਧਰ ਦਾਦਕੇ ਪਰਿਵਾਰ ਵਿੱਚ ਜਦੋਂ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਸਕੇ ਚਾਚੇ ਤਾਇਆਂ ਨੇ ਇਹ ਕਹਿ ਕੇ ਵੀ ਇਹ ਯਤੀਮ ਹੋ ਗਏ ਨੇ, ਸਾਥ ਛੱਡ ਦਿੱਤਾ। ਜਦੋਂ ਇਹਨਾਂ ਦੇ ਸਤਿਕਾਰਯੋਗ ਨਾਨੀ ਜੀ ਇਹਨਾਂ ਨੂੰ ਆਪਣੇ ਪਿੰਡ ਬਾਸਰਕੇ ਵਿਖੇ ਲੈਣ ਵਾਸਤੇ ਗਏ ਤੇ ਭਾਈ ਜੇਠਾ ਜੀ ਨੇ ਆਖਰੀ ਵਾਰ ਆਪਣੇ ਘਰ ਨੂੰ ਜਦੋਂ ਤਾਲਾ ਲਾਇਆ ਤੇ ਤਾਲੇ ਨੂੰ ਤੁਰਨ ਲੱਗਿਆਂ, ਜਿੱਥੇ ਆਪਾਂ ਜਦੋਂ ਬੰਦ ਕਰਕੇ ਉਹਨੂੰ ਖਿੱਚ ਕੇ ਵੇਖਦੇ ਹਾਂ ਵੀ ਕਿਤੇ ਖੁੱਲ੍ਹਾ ਤੇ ਨਹੀਂ ਬੰਦ ਹੋ ਗਿਆ, ਉੱਥੇ ਕਈ ਵਾਰ ਘਰ ਤੋਂ ਅਸੀਂ ਤੁਰਨ ਲੱਗਿਆਂ ਕਾਫੀ ਦੂਰੀ ਤੱਕ ਆ ਕੇ ਵੀ ਪਿਛਾਂਹ ਮੁੜ ਮੁੜ ਕੇ ਉਸ ਤਾਲੇ ਵੱਲ ਵੇਖਦੇ ਹਾਂ ਵੀ ਤਾਲਾ ਕਿਤੇ ਖੁੱਲ੍ਹਾ ਤੇ ਨਹੀਂ ਰਹਿ ਗਿਆ। ਭਾਈ ਜੇਠਾ ਜੀ ਦੀ ਇਹ ਅਵਸਥਾ ਕਿ ਸਤਿਗੁਰੂ ਜੀ ਲੋਕ ਸਵੇਰੇ ਆਪਣੇ ਘਰ ਨੂੰ ਤਾਲਾ ਲਾਉਂਦੇ ਨੇ, ਸ਼ਾਮ ਨੂੰ ਆ ਕੇ ਖੋਲ੍ਹ ਲੈਂਦੇ ਨੇ। ਕਿਸੇ ਦੇ ਘਰ ਨੂੰ ਅੱਜ ਤਾਲਾ ਲੱਗਦਾ ਤੇ ਕੱਲ੍ਹ ਨੂੰ ਖੁੱਲ੍ਹ ਜਾਂਦਾ, ਕੋਈ ਅੱਜ ਤਾਲਾ ਲਾ ਕੇ ਜਾਂਦਾ 6 ਮਹੀਨਿਆਂ ਬਾਅਦ, ਸਾਲ ਬਾਅਦ ਆ ਕੇ ਖੋਲ੍ਹ ਲੈਂਦਾ। ਪਰ ਮਾਲਕਾ ਤੇਰੀ ਰਜ਼ਾ ਕਿ ਇਸ ਘਰ ਨੂੰ ਅੱਜ ਤਾਲਾ ਲਾ ਕੇ ਚੱਲੇ ਹਾਂ, ਪਰ ਪਰਤ ਕੇ ਕਦੇ ਇਸ ਘਰ ਦੇ ਤਾਲੇ ਨੂੰ ਖੋਲ੍ਹਣ ਵਾਸਤੇ ਮੈਂ ਲਾਹੌਰ ਵਾਪਸ ਨਹੀਂ ਆਉਣਾ। ਕਦੇ ਦੁਨਿਆਵੀ ਤੌਰ ਤੇ ਵੇਖਿਓ ਕਿ ਭਾਈ ਜੇਠਾ ਜੀ ਦੇ ਜੀਵਨ ਵਿੱਚ ਉਸ ਵੇਲੇ ਕਿਸ ਤਰ੍ਹਾਂ ਦੀ ਅਵਸਥਾ ਹੋਵੇਗੀ ਕਿ ਆਪਣੇ ਹੱਥੀਂ ਘਰ ਨੂੰ ਤਾਲਾ ਲਾਇਆ ਤੇ ਮਨ ਵਿੱਚ ਸੋਚਿਆ ਕਿ ਅੱਜ ਇਹ ਤਾਲਾ ਲੱਗ ਗਿਆ, ਪਰ ਅੱਜ ਤੋਂ ਬਾਅਦ ਇਹ ਤਾਲਾ ਖੁੱਲ੍ਹਣਾ ਕੋਈ ਨਹੀਂ। ਪਰ ਗੁਰੂ ਅਮਰਦਾਸ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ, ਜਦੋਂ ਭਾਵਨਾ ਨਾਲ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਗੁਰੂ ਰਾਮਦਾਸ ਜੀ, ਤੇ ਸੰਸਾਰ ਨੇ ਵੇਖਿਆ ਕਿ ਏਡਾ ਵੱਡਾ ਘਰ ਬਣਿਆ ਗੁਰੂ ਰਾਮਦਾਸ ਜੀ ਦਾ ਕਿ ਜਦੋਂ ਕੁੱਲ ਦੁਨੀਆ ਦੇ ਘਰਾਂ ਨੂੰ ਤਾਲੇ ਲੱਗ ਜਾਂਦੇ ਨੇ, ਗੁਰੂ ਰਾਮਦਾਸ ਜੀ ਦਾ ਘਰ ਉਦੋਂ ਵੀ ਖੁੱਲ੍ਹਾ ਰਹਿੰਦਾ 24 ਘੰਟੇ। 24 ਘੰਟੇ ਅੱਠੇ ਪੈਰ ਜਿੱਥੇ ਸੰਗਤ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਧੰਨ ਧੰਨ ਕਰਦੀ ਹੈ। ਇਹ ਭੱਟਾਂ ਦੇ ਬਚਨ ਨੇ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। 24 ਘੰਟੇ ਜਿੱਥੇ ਸੰਗਤਾਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀਆਂ ਵਡਿਆਈਆਂ ਤੇ ਗੁਣ ਗਾਇਨ ਕਰਦੇ ਨੇ। ਇਸੇ ਕਰਕੇ ਹੀ ਬਾਬਾ ਸੱਤਾ ਤੇ ਬਲਵੰਡ ਜੀ ਨੇ ਬਚਨ ਕਹੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਏਡੀ ਵੱਡੀ ਕਰਾਮਾਤ ਕਿ ਸੱਚਮੁੱਚ ਜਿਹੜਾ ਬਾਲਕ ਕਹਿ ਰਿਹਾ ਸੀ ਕਿ ਮੈਂ ਰੁਲਦਾ ਫਿਰਦਾ ਹਾਂ, ਕੋਈ ਮੇਰੀ ਬਾਤ ਨਹੀਂ ਪੁੱਛਦਾ, ਸਿੱਖਾਂ ਨੇ ਤੇ ਸੰਗਤਾਂ ਨੇ ਉਸ ਗੁਰੂ ਰਾਮਦਾਸ ਮਹਾਰਾਜ ਨੂੰ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਸਦਕਾ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਜਾਣ ਕੇ ਉਹਨਾਂ ਨੂੰ ਪੂਜਿਆ, ਭਾਵ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਇਸ ਕਰਕੇ ਭੱਟ ਸਾਹਿਬਾਨ ਸਾਨੂੰ ਪ੍ਰੇਰਨਾ ਕਰਦੇ ਨੇ, ਭਾਈ ਜਦੋਂ ਵੀ ਗੁਰੂ ਗੁਰੂ ਜਪਣਾ, ਸ਼ਰਧਾ ਨਾਲ ਜਪਣਾ, ਭਾਵਨਾ ਨਾਲ ਜਪਣਾ, ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ।
ਜਾਂ ਕੋਈ ਹੱਠ ਵਾਲਾ ਕਰਮ ਨਹੀਂ ਕਰਨਾ, ਜਾਂ ਕੇਵਲ ਵੇਖੋ ਵੇਖੀ ਬੱਧਾ ਚੱਟੀ ਭਰਨ ਵਾਲਾ ਨਹੀਂ, ਕਿਉਂਕਿ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਨਾਲ ਸ਼ਰਧਾ ਦੇ ਨਾਲ ਜਪਣਾ ਉਹ ਜਪਿਆ ਹੋਇਆ ਥਾਂ ਪੈਂਦਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਵੀ ਬਚਨ ਆਪਾਂ ਪੜ੍ਹਦੇ ਹਾਂ ਕਿ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਤੇ ਭਰੋਸਾ ਕੀਤਾ, ਗੁਰੂ ਦੀ ਆਗਿਆ ਨੂੰ ਮੰਨਿਆ, ਗੁਰੂ ਤੇ ਸ਼ਰਧਾ ਬਣਾਈ, ਜਿਨ੍ਹਾਂ ਨੇ ਭਾਵਨਾ ਵਿੱਚ ਭਿੱਜ ਕੇ ਕਿਹਾ ਧੰਨ ਗੁਰੂ ਰਾਮਦਾਸ, ਤੇ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਉਹਨਾਂ ਤੇ ਕਿਰਪਾ ਕੀਤੀ। ਇਸ ਲਈ ਭੱਟ ਸਾਹਿਬਾਨ ਕਹਿ ਰਹੇ ਨੇ ਕਿ ਉਹ ਪਰਮੇਸ਼ਰ ਜਿਹੜਾ ਅਗੰਮ ਅਗੋਚਰ ਹੈ, ਜਿੱਥੇ ਤੱਕ ਆਮ ਵਿਅਕਤੀ ਦੀ ਪਹੁੰਚ ਨਹੀਂ ਹੋ ਸਕਦੀ, ਉਸ ਪ੍ਰਭੂ ਦੇ ਗੁਣਾਂ ਨੂੰ ਅਗੰਮ ਗੁਣ ਜਾਣ। ਉਹ ਪ੍ਰਭੂ ਜਿਹੜਾ ਸਾਡੀਆਂ ਇੰਦਰੀਆਂ ਤੋਂ ਸਾਡੀ ਪਹੁੰਚ ਤੋਂ ਪਰੇ ਹੈ, ਉਹਦੇ ਗੁਣਾਂ ਨੂੰ ਬੇਅੰਤ ਜਾਣ ਕੇ ਵੀ ਉਹਦਾ ਅਸੀਂ ਕਦੇ ਥਾਂ ਨਹੀਂ ਪਾ ਸਕਦੇ। ਨਿਧਾਨ ਹਰ ਮਨ ਧਰੋ, ਉਹ ਗੁਣਾਂ ਦਾ ਖਜ਼ਾਨਾ ਪ੍ਰਭੂ ਜਿਹੜਾ ਉਹਨੂੰ ਸਦਾ ਆਪਣੇ ਮਨ ਵਿੱਚ ਵਸਾਉਣਾ। ਧਿਆਨ ਐਨਸ ਕਰੋ, ਦਿਨੇ ਰਾਤ ਆਪਣੀ ਸੁਰਤ ਨੂੰ, ਭਾਵੇਂ ਸੁੱਤੇ ਆ ਭਾਵੇਂ ਜਾਗਦੇ ਆ, ਭਾਵੇਂ ਆਪਾਂ ਕੰਮ ਕਰ ਰਹੇ ਹਾਂ ਭਾਵੇਂ ਘਰ ਵਿੱਚ ਬੈਠੇ ਹਾਂ, ਸਦਾ ਆਪਣਾ ਧਿਆਨ ਜਿਹੜਾ ਉਸ ਪਰਮੇਸ਼ਰ ਦੇ ਵਿੱਚ ਜੋੜ ਕੇ ਰੱਖਣਾ। ਊਠਤ ਬੈਠਤ ਸੋਵਤ ਨਾਮ, ਮਾਰਗ ਚਲਤ ਹਰੇ ਹਰ ਗਾਮ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਿਵੇਂ ਸੁੱਤਿਆਂ ਜਾਗਦਿਆਂ ਸਾਡੀ ਸੁਰਤ ਵਿੱਚ ਵਸਿਆ ਹੁੰਦਾ ਕਿ ਸਾਡੇ ਮਾਤਾ ਪਿਤਾ ਕੌਣ ਨੇ, ਸਾਡੇ ਬੱਚੇ ਕਿਹੜੇ ਕਿਹੜੇ ਨੇ, ਬੱਚਿਆਂ ਦੀਆਂ ਫੀਸਾਂ ਅਸੀਂ ਕਦੋਂ ਭਰਨੀਆਂ ਨੇ, ਬੱਚਿਆਂ ਨੂੰ ਕਿਹੜੇ ਸਕੂਲ ਵਿੱਚ ਦਾਖਲ ਕਰਾਉਣਾ, ਅਸੀਂ ਕਿਤੇ ਵੀ ਹੋਈਏ, ਇਹ ਸਾਰਾ ਕੁਝ ਸਾਡੀ ਸੁਰਤ ਦਾ ਵਿਸ਼ਾ ਹੈ। ਬਸ ਇਵੇਂ ਦਿਨੇ ਰਾਤ ਆਪਣਾ ਧਿਆਨ ਜਿਹੜਾ ਹੈ, ਆਪਣੀ ਸੁਰਤ ਜਿਹੜੀ ਹੈ ਉਹ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਜੋੜਨੀ ਹੈ। ਭੱਟ ਸਾਹਿਬਾਨ ਨੇ ਬਚਨ ਕਹੇ ਅਗੰਮ ਗੁਣ ਜਾਨ, ਨਿਧਾਨ ਹਰ ਮਨ ਧਰੋ, ਧਿਆਨ ਐਨਸ ਕਰੋ। ਦਿਨੇ ਰਾਤ ਉਹਦਾ ਧਿਆਨ ਧਰ ਕੇ ਬਚਨ ਗੁਰ ਹਿਰਦੈ ਧਰ, ਗੁਰੂ ਦਾ ਜਿਹੜਾ ਉਪਦੇਸ਼ ਹੈ, ਗੁਰੂ ਦੇ ਜਿਹੜੇ ਬਚਨ ਨੇ, ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਕਿਉਂਕਿ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਤੇ ਜਿਵੇਂ ਭੋਜਨ ਦੀ ਬੁਰਕੀ ਮੂੰਹ ਰਾਹੀਂ ਸਾਡੇ ਅੰਦਰ ਜਾ ਕੇ, ਸਾਡੇ ਪੇਟ ਦੇ ਵਿੱਚ ਜਾ ਕੇ ਉਹ ਭੋਜਨ ਜਿੱਥੇ ਖੁਰਾਕ ਦੇ ਰੂਪ ਵਿੱਚ ਸਾਨੂੰ ਤਾਕਤ ਦਿੰਦਾ, ਰਸ ਦਿੰਦਾ, ਇਸੇ ਤਰ੍ਹਾਂ ਗੁਰੂ ਦਾ ਸ਼ਬਦ ਸਾਡੇ ਕੰਨਾਂ ਰਾਹੀਂ ਅੰਦਰ ਜਾਂਦਾ ਤੇ ਜਾ ਕੇ ਜਦੋਂ ਸਾਡੇ ਹਿਰਦੇ ਵਿੱਚ ਵਸਦਾ ਤੇ ਗੁਰੂ ਦੇ ਬਚਨਾਂ ਦੁਆਰਾ ਫਿਰ ਸਾਨੂੰ ਆਤਮਿਕ ਬਲ ਮਿਲਦਾ। ਜਿਵੇਂ ਦੁਨਿਆਵੀ ਤੌਰ ਤੇ ਕੋਈ ਬੰਦਾ ਭੋਜਨ ਦਾ ਤਿਆਗ ਕਰ ਦਵੇ ਤੇ ਇੱਕ ਦਿਨ ਉਹਦਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਜਿਨਨੇ ਕਦੇ ਜਪਜੀ ਸਾਹਿਬ ਨਹੀਂ ਪੜ੍ਹਿਆ, ਜਿਨਨੇ ਕਦੇ ਵਾਹਿਗੁਰੂ ਨਹੀਂ ਕਿਹਾ, ਜਿਹੜਾ ਕਦੇ ਸੰਗਤ ਵਿੱਚ ਨਹੀਂ ਆਇਆ, ਉਹਦੀ ਹਾਲਤ ਉਸ ਮਨੁੱਖ ਵਰਗੀ ਆ ਜਿਹੜਾ ਕਦੇ ਨਾ ਸਵੇਰੇ ਭੋਜਨ ਖਾਵੇ, ਨਾ ਸ਼ਾਮ ਨੂੰ ਖਾਵੇ, ਨਾ ਦੁਪਹਿਰੇ ਖਾਵੇ। ਉਹ ਬੰਦਾ ਆਤਮਿਕ ਤੌਰ ਤੇ ਕਮਜ਼ੋਰ ਹੋ ਜਾਂਦਾ। ਤੇ ਜਿਵੇਂ ਸਰੀਰਕ ਤੌਰ ਤੇ ਕਮਜ਼ੋਰ ਬੰਦੇ ਦੀ ਇੱਕ ਦਿਨ ਸਰੀਰਕ ਮੌਤ ਹੋ ਜਾਂਦੀ ਹੈ, ਆਤਮਿਕ ਤੌਰ ਤੇ ਜਦੋਂ ਬੰਦਗੀ, ਜਦੋਂ ਸਿਫਤ ਸਲਾਹ ਸਾਡੇ ਜੀਵਨ ਵਿੱਚੋਂ ਵਿਸਰ ਜਾਵੇ ਤੇ ਸਾਹਿਬ ਕਹਿੰਦੇ ਦੁਨੀਆ ਦਾ ਡਾਕਟਰ ਸਰਟੀਫਿਕੇਟ ਦਿੰਦਾ ਕਿ ਇਸ ਬੰਦੇ ਦੀ ਸਰੀਰਕ ਫਿਜ਼ੀਕਲ ਡੈਥ ਹੋ ਗਈ ਹੈ, ਤੇ ਗੁਰੂ ਸਾਨੂੰ ਅਧਿਆਤਮਿਕ ਮੌਤ ਦਾ ਸਰਟੀਫਿਕੇਟ ਦਿੰਦੇ ਨੇ ਕਿ ਮਤ ਜਾਣੋ ਜਗ ਜੀਵਨ ਦਾ, ਦੂਜਾ ਭਾਏ ਮੋਇਆਸ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਇਸ ਕਰਕੇ ਉਸ ਪ੍ਰਭੂ ਦੇ ਗੁਣਾਂ ਨੂੰ ਗੁਰੂ ਦੇ ਬਚਨਾਂ ਦੁਆਰਾ ਹਿਰਦੇ ਵਿੱਚ ਧਾਰਨ ਕਰਕੇ ਦਿਨੇ ਰਾਤ ਜਪਣਾ ਹੈ। ਜੇ ਕਿਤੇ ਸਾਡੇ ਮਨ ਵਿੱਚ ਇਹ ਖਿਆਲ ਆਵੇ ਵੀ ਸਾਡਾ ਚਿੱਤ ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ ਨਹੀਂ ਕਰਦਾ, ਤੇ ਫਿਰ ਆਪਾਂ ਕੀ ਕਰੀਏ। ਇੱਕ ਦਿਨ ਗੁਰਸਿੱਖ ਇਕੱਠੇ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਆਏ, ਆ ਕੇ ਕਹਿਣ ਲੱਗੇ ਪਾਤਸ਼ਾਹ
ਜੇ ਬਾਣੀ ਪੜ੍ਹਨ ਨੂੰ ਦਿਲ ਨਾ ਕਰੇ ਤੇ ਫਿਰ ਕੀ ਕਰਨਾ ਚਾਹੀਦਾ? ਤੇ ਸਤਿਗੁਰੂ ਜੀ ਨੇ ਅੱਗੋਂ ਉਹਨਾਂ ਨੂੰ ਪ੍ਰਸ਼ਨ ਕਰ ਦਿੱਤਾ। ਕਹਿਣ ਲੱਗੇ ਜੇ ਘਰ ਦੇ ਕੰਮ ਕਾਜ ਕਰਨ ਨੂੰ ਚਿੱਤ ਨਾ ਕਰੇ ਤੇ ਫਿਰ ਕੀ ਕਰਦੇ ਹੋ? ਕਹਿੰਦੇ ਜੀ ਉਹਨਾਂ ਤੋਂ ਬਿਨਾਂ ਸਰਦਾ ਨਹੀਂ। ਜੇ ਘਰ ਦੇ ਕੰਮ ਕਾਜ ਕਰਨ ਨੂੰ ਚਿੱਤ ਨਾ ਵੀ ਕਰੇ ਤੇ ਫਿਰ ਵੀ ਆਪਾਂ ਕਰਦੇ ਹਾਂ। ਸਾਹਿਬ ਕਹਿੰਦੇ ਬਸ ਇਹ ਪੱਕਾ ਹੀ ਹੈ ਕਿ ਇਹ ਸਮਝ ਲਵੋ ਕਿ ਗੁਰੂ ਦੀ ਬਾਣੀ ਤੋਂ ਬਿਨਾਂ, ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਸਾਡਾ ਸਰਦਾ ਨਹੀਂ। ਜੇ ਚਿੱਤ ਨਾ ਵੀ ਕਰੇ ਤੇ ਫਿਰ ਵੀ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੋ, ਗੁਰੂ ਕੀ ਬਾਣੀ ਨੂੰ ਪੜੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਕਹਿਣ ਲੱਗੇ ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪਠਨ ਸੁਨਨ ਕੀਚੈ ਰੁਚ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾ। ਸਤਿਗੁਰੂ ਸਾਨੂੰ ਕੀ ਸਿੱਖਿਆ ਦਿੰਦੇ ਨੇ ਤੇ ਅਸੀਂ ਕੀ ਕਰ ਰਹੇ ਹਾਂ? ਹੌਲੀ ਹੌਲੀ ਆਪਣੇ ਮਨ ਨੂੰ ਮਨ ਮਤ ਵਾਲੇ ਪਾਸੇ ਤੋਂ ਮੋੜ ਕੇ ਗੁਰੂ ਦੀ ਮਤ ਵਾਲੇ ਪਾਸੇ ਲਾਉਣਾ ਕਰੋ। ਕਿਉਂਕਿ ਗੁਰੂ ਦੇ ਬਚਨ ਧਿਆਨ ਨਾਲ ਸੁਣਨੇ, ਉਹਨਾਂ ਨੂੰ ਹਿਰਦੇ ਵਿੱਚ ਵਸਾਉਣਾ, ਆਪਣੇ ਕਰਮ ਗੁਰੂ ਦੇ ਉਪਦੇਸ਼ ਮੁਤਾਬਕ ਕਰ ਲੈਣੇ, ਇਹ ਵੀ ਗੁਰੂ ਗੁਰੂ ਕਰਨ ਦੇ ਤੁੱਲ ਹੈ। ਇਹ ਵੀ ਪ੍ਰਮਾਤਮਾ ਨੂੰ ਜਪਣ ਦੇ ਬਰਾਬਰ ਹੈ। ਕਈ ਵਾਰ ਕਈ ਸਾਨੂੰ ਪ੍ਰਸ਼ਨ ਕਰਦੇ ਨੇ ਵੀ ਅਸਲ ਵਿੱਚ ਸਿਮਰਨ ਹੈ ਕੀ? ਤੇ ਬਹੁਤੇ ਲੋਕ ਕਈ ਵਾਰ ਗੁੰਮਰਾਹ ਵੀ ਹੁੰਦੇ ਵੇਖੇ ਨੇ ਵੀ ਦੱਸੋ ਜੀ ਬਾਣੀ ਪੜ੍ਹਨੀ ਚਾਹੀਦੀ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਹੈ ਕਿ ਸਤਨਾਮ ਸਤਨਾਮ ਜਪਣਾ ਚਾਹੀਦਾ ਹੈ? ਨਹੀਂ, ਇੱਕ ਗੱਲ ਚੇਤਾ ਰੱਖਿਓ ਕਿ ਸਾਡਾ ਹਰ ਉਹ ਕਰਮ ਜਦੋਂ ਅਸੀਂ ਅੰਦਰੋਂ ਭਿੱਜ ਕੇ ਪਰਮਾਤਮਾ ਜਾਂ ਗੁਰੂ ਦੀ ਸਿਫਤ ਸਲਾਹ ਵਿੱਚ ਜੁੜਾਂਗੇ, ਉਹ ਮਾਲਕ ਦਾ ਸਿਮਰਨ ਹੈ। ਭਾਵੇਂ ਤੁਸੀਂ ਨਿਤਨੇਮ ਕਰ ਰਹੇ ਹੋ, ਭਾਵੇਂ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਚਾਹੇ ਤੁਸੀਂ ਕਿਤੇ ਬੈਠ ਕੇ ਦੁਨਿਆਵੀ ਗੱਲਾਂ ਕਰਨ ਦੀ ਬਜਾਏ ਕਹੋ ਨਾਨਕ ਕਰਤੇ ਕੀਆਂ ਬਾਤਾਂ। ਆ ਵੇਖੋ ਖੁੰਡਾਂ ਵਿੱਚ ਬੈਠ ਕੇ ਲੋਕੀ ਗੱਪਾਂ ਮਾਰੀ ਜਾਂਦੇ ਨੇ। ਘਰ ਵਿੱਚ ਚਾਰ ਸਾਡੀਆਂ ਮਾਤਾਵਾਂ ਭੈਣਾਂ ਇਕੱਠੀਆਂ ਹੋਣ ਤੇ ਉਹ ਨਿੰਦਿਆ ਚੁਗਲੀ ਕਰੀ ਜਾਂਦੀਆਂ ਨੇ। ਜੇ ਕਿਤੇ ਇਹਦੀ ਬਜਾਏ ਵੀ ਖੁੰਡਾਂ ਵਿੱਚ ਚਾਰ ਵੀਰ ਬੈਠੇ, ਬਜ਼ੁਰਗ ਬੈਠੇ ਤੇ ਗੱਪਾਂ ਮਾਰੀ ਗਏ, ਜੇ ਇਹਦੀ ਜਗ੍ਹਾ ਆਪਾਂ ਪਰਮੇਸ਼ਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ, ਇਹ ਵੀ ਅਸਲ ਵਿੱਚ ਗੁਰੂ ਗੁਰੂ ਜਪਣ ਦੇ ਬਰਾਬਰ ਹੈ। ਭਾਵ ਗੁਰੂ ਗੁਰੂ ਸਦਾ ਹੀ ਕਰਨਾ ਹੈ। ਕੇਵਲ 2 ਘੰਟਿਆਂ ਦੇ ਚੌਂਕੜੇ ਨੂੰ ਸਿਮਰਨ ਨਹੀਂ ਕਿ ਬਾਕੀ 22 ਘੰਟੇ ਆਪਾਂ ਮਾਲਕ ਤੋਂ ਬੇਮੁਖ ਰਹਿਣਾ। ਭਾਵੇਂ ਆਪਾਂ ਖੇਤਾਂ ਵਿੱਚ ਹਲ ਚਲਾ ਰਹੇ ਹਾਂ, ਦੁਕਾਨ ਵਿੱਚ ਬੈਠੇ ਹਾਂ, ਚਾਹੇ ਵਪਾਰ ਕਰ ਰਹੇ ਹਾਂ, ਚਾਹੇ ਆਪਾਂ ਨੌਕਰੀ ਕਰ ਰਹੇ ਹਾਂ, ਕਿਸੇ ਖੇਤਰ ਵਿੱਚ ਵੀ ਹੋਈਏ, ਸਾਡਾ ਧਿਆਨ, ਸਾਡੀ ਸੁਰਤ ਗੁਰੂ ਤੇ ਪਰਮੇਸ਼ਰ ਵਿੱਚ ਹੋਵੇ ਕਿ ਸਾਡੀ ਹੋਂਦ ਹੀ ਉਹਦੇ ਕਰਕੇ ਆ। ਸਾਨੂੰ ਚਲਾ ਹੀ ਉਹ ਰਿਹਾ, ਉਹਨੂੰ ਆਪਣੇ ਜੀਵਨ ਵਿੱਚੋਂ ਮਨਫੀ ਨਾ ਹੋਣ ਦੇਣਾ। ਇਹ ਹੈ ਕਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਅਗੰਮ ਗੁਣ ਜਾਨ ਨਿਧਾਨ ਹਰ ਮਨ ਧਰੋ, ਧਿਆਨ ਐਨਸ ਕਰੋ ਬਚਨ ਗੁਰ ਹਿਰਦੈ ਧਰ। ਕਹਿੰਦੇ ਇਵੇਂ ਫਿਰ ਗੁਰੂ ਦੇ ਬਚਨਾਂ ਨੂੰ ਹਿਰਦੇ ਦੇ ਵਿੱਚ ਵਸਾ ਕੇ ਸਦਾ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣਾ, ਇਹ ਗੁਰੂ ਗੁਰੂ ਕਰਨਾ ਹੈ। ਇਹ ਪਰਮੇਸ਼ਰ ਦੀ ਵਡਿਆਈ ਦੇ ਵਿੱਚ ਜੁੜਨਾ ਹੈ। ਅੱਗੇ ਭੱਟ ਸਾਹਿਬਾਨ ਬਚਨ ਕਹਿੰਦੇ ਨੇ, ਫੁਨ ਗੁਰੂ ਜਲ ਬਿਮਲ ਅਥਾ, ਮਜਨ ਕਰੋ ਸੰਤ ਗੁਰ ਸਿੱਖ ਤਰੋ, ਨਾਮ ਸੱਚ ਰੰਗ ਸਰ। ਹੇ ਭਾਈ, ਗੁਰੂ ਦਾ ਉਪਦੇਸ਼ ਜਿਹੜਾ ਹੈ ਇਹ ਅਸਲ ਵਿੱਚ ਉਹ ਜਲ ਹੈ ਜਿਹਦੇ ਵਿੱਚ ਅਸੀਂ ਇਸ਼ਨਾਨ ਕਰਨਾ ਹੈ। ਇੱਕ ਤਾਂ ਸਰੋਵਰਾਂ ਦਾ ਜਲ ਹੈ ਜਿੱਥੇ ਸਾਡੇ ਤਨ ਦਾ ਇਸ਼ਨਾਨ ਹੁੰਦਾ ਹੈ, ਤਨ ਕਰਕੇ ਆਪਾਂ ਨਿਰਮਲ ਹੁੰਨੇ ਆ। ਪਰ ਜਿਹੜਾ ਸਾਡਾ ਆਤਮਿਕ ਪੱਖ ਹੈ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾ। ਕਈ ਵਾਰ ਜੇ ਕੇਵਲ ਬਾਹਰੀ ਇਸ਼ਨਾਨ ਕਰੀਏ ਤੇ ਸਾਡੀ ਹਾਲਤ, ਜਿਹੜੇ ਬਚਨ ਅਸੀਂ ਆਸਾ ਦੀ ਵਾਰ ਵਿੱਚ ਸੁਣਦੇ ਹਾਂ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 860 ਤੀਰਥ ਜੇ ਨਾਮੈ ਉਤਰੈ ਨਾਹੀ ਮੈਲ। ਕਰਨਾ ਕੀ ਹੈ? ਉੱਥੇ ਗੁਰੂ ਦੇ ਉਪਦੇਸ਼ ਰੂਪੀ ਜਲ ਦੇ ਨਾਲ
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜਦੋਂ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਮਹਾਰਾਜ ਨੂੰ, ਉਹਨਾਂ ਦੀਆਂ ਵਡਿਆਈਆਂ ਨੂੰ ਤੱਕਿਆ, ਤੇ ਜਿੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਅੰਮ੍ਰਿਤ ਸਰੋਵਰ ਬਖਸ਼ਿਸ਼ ਕੀਤਾ, ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ, ਉੱਥੇ ਭੱਟ ਸਾਹਿਬਾਨ ਨੇ ਇੱਕ ਬਚਨ ਕਿਹਾ ਕਿ ਗੁਰੂ ਰਾਮਦਾਸ ਜੀ ਖੁਦ ਆਪ ਚੱਲਦੇ ਫਿਰਦੇ ਮਾਨੋ ਸਰੋਵਰ ਨੇ, ਜਿਨ੍ਹਾਂ ਦੇ ਵਿੱਚੋਂ ਪਰਮੇਸ਼ਰ ਦੀਆਂ ਵਡਿਆਈਆਂ ਦੀਆਂ ਤਰੰਗਾਂ ਦਾ ਜਲ ਨਿਕਲਦਾ ਹੈ, ਜਿਹੜੇ ਸਾਹਮਣੇ ਆ ਗਏ। ਜਿਵੇਂ ਸਰੀਰਕ ਤੌਰ 'ਤੇ ਇਸ਼ਨਾਨ ਕੀਤਿਆਂ ਸਰੀਰ ਨਿਰਮਲ ਹੁੰਦਾ ਹੈ, ਤੇ ਜਦੋਂ ਗੁਰੂ ਰਾਮਦਾਸ ਜੀ ਦਾ ਉਪਦੇਸ਼ ਰੂਪੀ ਜਲ ਮਿਲਦਾ ਹੈ ਤੇ ਸਿੱਖ ਸੰਗਤ ਆਪਣੇ ਮਨ ਨੂੰ ਨਿਰਮਲ ਕਰਦੀ ਹੈ। ਇਹ ਭੱਟ ਸਾਹਿਬਾਨ ਦੇ ਬਚਨ ਅਸੀਂ ਪੜ੍ਹਦੇ ਹਾਂ। ਛੁਟਤ ਪ੍ਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨੋ ਸੇਵਾ ਕਰੀਆ, ਤਿਨ ਭਉ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਧਾਰ ਧਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਭਰ ਭਰੇ। ਗੁਰੂ ਰਾਮਦਾਸ ਜੀ ਇੱਕ ਨਾਮ ਬਾਣੀ ਦੇ ਉਪਦੇਸ਼ ਰੂਪੀ ਜਲ ਦੇ ਵੀ ਸਰੋਵਰ ਨੇ, ਜਿੱਥੇ ਸਾਡੇ ਮਨ ਨੇ ਚੁੱਭੀ ਲਾਉਣੀ ਹੈ। ਕਿਉਂਕਿ ਸਰੀਰ ਨੂੰ ਤਾਂ ਇੱਕ ਦਿਨ ਦੀ ਮੈਲ ਲੱਗਦੀ ਆ, ਤੇ ਆਪਾਂ ਇਸ਼ਨਾਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ। ਕਿਉਂਕਿ ਜੇ ਨਾ ਇਸ਼ਨਾਨ ਕਰਾਂਗੇ, ਕਿਸੇ ਨੇ ਲਾਗੇ ਨਹੀਂ ਬਹਿਣ ਦੇਣਾ ਵੀ ਇਹ ਤਾਂ ਬੜਾ ਮੈਲਾ ਕੁਚੈਲਾ ਹੈ, ਇਹਦੇ ਕੋਲੋਂ ਬੜੀ ਬਦਬੂ ਆਉਂਦੀ ਹੈ। ਪਰ ਸਾਹਿਬ ਕਹਿੰਦੇ ਕਦੇ ਅੰਦਰ ਝਾਤ ਮਾਰ ਕੇ ਨਹੀਂ ਵੇਖਿਆ, ਮਨ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਨਾਲ ਲਈ ਫਿਰਦਾ। ਸ਼ਲੰਗ ਛਿਦਰੰ ਕੋਟ ਬਿਗਨੰ ਅਪਰਾਧੰ ਕਿਲ ਬਿਖ ਮਲੰਗ, ਭਰਮ ਮੋਹੰ ਮਾਨ ਅਪਮਾਨੰ ਮਧਯੰਗ ਮਾਇਆ ਵਿਆਪਤੰਗ। ਆ 6 ਤਰ੍ਹਾਂ ਦੀ ਮੈਲ ਇਹ ਕਈ ਜਨਮਾਂ ਤੋਂ ਸਾਡੇ ਨਾਲ ਚੱਲ ਰਹੀ ਹੈ। ਐਵੇਂ ਨਹੀਂ ਬਾਣੀ ਵਿੱਚ ਕਿਹਾ ਕਿ ਮੈਲਾ ਬ੍ਰਹਮਾ ਮੈਲਾ ਇੰਦ ਮੈਲਾ ਰਵ ਮੈਲਾ ਹੈ ਇੰਦ, ਕਿਉਂਕਿ ਇਹਨਾਂ ਨੂੰ ਇਹ ਮੈਲਾਂ ਲੱਗੀਆਂ ਨੇ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਸਾਹਿਬ ਕਹਿਣ ਲੱਗੇ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਜਦੋਂ ਕਿਸੇ ਨਾਲ ਕੋਈ ਛਲ ਕਰਦਾ, ਕਿਸੇ ਦੇ ਪਰਦੇ ਖੋਲਦਾ, ਜਦੋਂ ਕਿਸੇ ਦੇ ਬਣ ਦੇ ਕੰਮ ਵਿੱਚ ਕੋਈ ਰੁਕਾਵਟ ਪਾਉਂਦਾ, ਇਹ ਅਸਲ ਵਿੱਚ ਮੈਲਾਂ ਸਾਡੇ ਅੰਦਰ ਨੂੰ ਮੈਲਾ ਕਰੀ ਜਾਂਦੀਆਂ ਨੇ। ਤੇ ਇਹ ਮੈਲ ਅਸੀਂ ਧੋਣੀ ਆ ਜਦੋਂ ਗੁਰੂ ਦਾ ਉਪਦੇਸ਼ ਰੂਪੀ ਜਲ ਸਾਨੂੰ ਮਿਲੇਗਾ। ਭੱਟ ਸਾਹਿਬਾਨ ਨੇ ਸਾਨੂੰ ਇੱਕ ਸਿੱਖਿਆ ਦਿੱਤੀ। ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਨੇ ਜਿਸ ਪ੍ਰਭੂ ਨੂੰ ਜਪਿਆ ਹੈ, ਉਹ ਪ੍ਰਭੂ ਕਿਹੜਾ ਹੈ? ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਸ ਪ੍ਰਭੂ ਨੂੰ ਜਪਿਆ ਜਿਹੜਾ ਨਿਰਵੈਰ ਹੈ, ਜਿਹੜਾ ਨਿਰਭਉ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਉਸ ਪ੍ਰਭੂ ਦਾ ਸਰੂਪ ਸਾਨੂੰ ਦੱਸਿਆ ਕਿ ਉਹ ਨਿਰਭਉ ਨਿਰਵੈਰ ਹੈ, ਤੇ ਉਹਦੀ ਅਸੀਂ ਆਰਾਧਨਾ ਕਰਨੀ ਹੈ। ਜੇ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਿਨ ਮਨਾਉਂਦੇ ਹਾਂ, ਪਰ ਅਸੀਂ ਕਿਸੇ ਹੋਰ ਦੀ ਪੂਜਾ ਵਿੱਚ ਜੁੜ ਗਏ ਤੇ ਗੱਲ ਨਹੀਂ ਬਣਨੀ। ਕਿਉਂਕਿ ਜਿਸ ਨਿਰਭਉ ਨਿਰਵੈਰ ਨੂੰ ਗੁਰੂ ਰਾਮਦਾਸ ਜੀ ਨੇ ਜਪਿਆ, ਅਸੀਂ ਵੀ ਉਹਨੂੰ ਹੀ ਜਪਣਾ ਹੈ, ਕਿਸੇ ਹੋਰ ਅਲਪ ਸ਼ਕਤੀ ਨੂੰ ਨਹੀਂ। ਕਿਉਂਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸਿੱਖ ਨੇ ਸੂਰਜ ਨੂੰ ਨਹੀਂ ਪੂਜਣਾ, ਚੰਦਰਮਾ ਨੂੰ ਨਹੀਂ ਪੂਜਣਾ, ਪਵਨ ਦੀ ਪੂਜਾ ਨਹੀਂ ਕਰਨੀ, ਪਾਣੀ ਦੀ ਪੂਜਾ ਨਹੀਂ ਕਰਨੀ, ਅੱਗ ਨੂੰ ਨਹੀਂ ਪੂਜਣਾ। ਕਿਉਂਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਅਸਲ ਵਿੱਚ ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਾਹਿਬ ਕਹਿੰਦੇ ਬਸ ਇੱਕੋ ਹੀ ਆ ਜਿਹੜਾ ਨਿਰਭਉ ਹੈ, ਨਿਰਵੈਰ ਹੈ। ਤੇ ਗੁਰੂ ਰਾਮਦਾਸ ਜੀ ਇੱਕ ਦਿਨ ਨਹੀਂ, ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ। ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਦਾ ਉਸ ਨਿਰਵੈਰ ਨਿਰਭਉ ਪ੍ਰਭੂ ਨੂੰ ਜਪਿਆ। ਤੇ ਜਪਿਆ ਕਿਵੇਂ? ਕਹਿਣ ਲੱਗੇ ਅਸਲ ਵਿੱਚ ਪ੍ਰੇਮ ਵਿੱਚ ਜੁੜ ਕੇ। ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ। ਸਦਾ ਉਹ ਪ੍ਰੇਮ ਵਿੱਚ ਜੁੜ ਕੇ ਭਾਵਨਾ ਨਾਲ ਗੁਰੂ ਦੇ ਸ਼ਬਦ ਵਿੱਚੋਂ ਰਸ ਲੈ ਕੇ ਜਦੋਂ ਇੱਕ ਪਰਮਾਤਮਾ ਦੀ ਭਗਤੀ ਨੂੰ ਜ਼ਿੰਦਗੀ ਦੇ ਵਿੱਚ ਦ੍ਰਿੜ ਕਰਦੇ ਨੇ, ਸਾਨੂੰ ਵੀ ਇਹ ਪ੍ਰੇਰਨਾ ਕੀਤੀ ਭਾਈ ਜਿੱਥੇ ਗੁਰੂ ਗੁਰੂ ਜਪਣਾ
ਉੱਥੇ ਕੇਵਲ ਇੱਕ ਪਰਮਾਤਮਾ ਦੀ ਭਗਤੀ ਨੂੰ ਦ੍ਰਿੜ ਕਰਨਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਜਿਸ ਮਨੁੱਖ ਦੇ ਜੀਵਨ ਵਿੱਚੋਂ ਇੱਕ ਪਰਮਾਤਮਾ ਦੀ ਭਗਤੀ ਮਨਫੀ ਕਰ ਦਈਏ ਤੇ ਮਗਰ ਕੇਵਲ ਕੁੱਤੇ ਸੂਰ ਇਹੀ ਕੁਝ ਬਚਦਾ, ਮਨੁੱਖਤਾ ਤੇ ਬਚਦੀ ਨਹੀਂ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ। ਮੇਰੇ ਵਰਗਾ ਭਾਵੇਂ ਲੱਖਾਂ ਦਾਅਵੇ ਕਰੀ ਜਾਵੇ ਵੀ ਮੈਂ ਮਨੁੱਖ ਹਾਂ, ਭੋਗ ਦੇ ਸ਼ਲੋਕ ਵੀ ਸੁਣ ਲਈ ਅਸੀਂ ਬੈਠੇ ਹੋਈਏ ਵੀ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਲੱਗਾ, ਸਹਿਜ ਪਾਠ ਸਾਹਿਬ ਦਾ ਭੋਗ ਪੈਣ ਲੱਗਾ, ਆਪਾਂ ਕਹੀ ਚੱਲੀਏ ਅਸੀਂ ਮਨੁੱਖ ਹਾਂ। ਪਰ ਜੇ ਮੇਰੀ ਜ਼ਿੰਦਗੀ ਵਿੱਚ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ, ਜਿਹਦੇ ਜੀਵਨ ਵਿੱਚ ਇੱਕ ਰੱਬ ਦੀ ਭਗਤੀ ਨਹੀਂ ਹੈ, ਸਾਹਿਬ ਕਹਿੰਦੇ ਉਹ ਮਨੁੱਖ ਨਹੀਂ। ਉਹਦਾ ਤਨ ਇਸ ਤਰ੍ਹਾਂ ਦਾ ਜੈਸੇ ਸੂਕਰ ਸੁਆਨ, ਸੂਕਰ ਕਹਿੰਦੇ ਨੇ ਸੂਰ ਨੂੰ ਤੇ ਸੁਆਨ ਕਹਿੰਦੇ ਨੇ ਕੁੱਤੇ ਨੂੰ। ਉਹਦਾ ਇਹ ਜੀਵਨ ਬਿਲਕੁਲ ਪਸ਼ੂਆਂ ਵਰਗਾ ਹੈ, ਜਿਹਦੇ ਜੀਵਨ ਵਿੱਚੋਂ ਇੱਕ ਰੱਬ ਦੀ ਭਗਤੀ ਜਿਹੜੀ ਹੈ ਉਹ ਮਨਫੀ ਹੋ ਗਈ ਹੈ। ਇਸ ਲਈ ਸਾਹਿਬ ਸਾਨੂੰ ਜਿੱਥੇ ਪਰਮੇਸ਼ਰ ਨਾਲ ਜੋੜਦੇ ਨੇ, ਉੱਥੇ ਭੱਟ ਸਾਹਿਬਾਨ ਨੇ ਵੀ ਆਖਿਆ ਕਿ ਮੁਗਧ ਮਨ ਭਰਮ ਤਜੋ, ਹੇ ਮੂਰਖ ਮਨਾ, ਤੂੰ ਵਹਿਮਾਂ ਭਰਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਤਿਆਗ ਕੇ ਨਾਮ ਗੁਰਮੁਖ ਭਜੋ। ਗੁਰੂ ਦੇ ਅਨੁਸਾਰੀ ਹੋ ਕੇ ਸਦਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ, ਕਿਉਂਕਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਹੇ ਭਾਈ, ਸਦਾ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਆਪਣੀ ਰਸਨਾ ਤੋਂ ਗੁਰੂ ਗੁਰੂ ਜਪਿਆ ਕਰ। ਜਿੱਥੇ ਭੱਟ ਸਾਹਿਬਾਨ ਨੇ ਇਹ ਪ੍ਰੇਰਨਾ ਕੀਤੀ ਹੈ, ਉੱਥੇ ਸੱਚਮੁੱਚ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸੇਧ ਲੈ ਕੇ, ਜਿਵੇਂ ਉਹਨਾਂ ਨੇ ਗੁਰੂ ਅਮਰਦਾਸ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਇਵੇਂ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈਣੀਆਂ ਹੋਣ। ਤੇ ਭੱਟ ਸਾਹਿਬਾਨ ਨੇ ਸਿੱਖਿਆ ਦਿੱਤੀ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰਹੁ। ਤੇ ਅੱਜ ਗੁਰੂ ਕੇ ਸਿੱਖ ਨੇ ਕੀ ਕਰਨਾ ਹੈ? ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣਾ। ਅੱਜ ਗੁਰੂ ਗੁਰੂ ਕਿਵੇਂ ਜਪਣਾ ਹੈ? ਵੀ ਜੇ ਕੋਈ ਤੁਹਾਨੂੰ ਪੁੱਛੇ ਵੀ ਤੁਹਾਨੂੰ ਸਰੀਰ ਕਿੰਨੇ ਦਿੱਤਾ, ਤੇ ਕਿਆ ਕਰੋ ਗੁਰੂ ਗ੍ਰੰਥ ਸਾਹਿਬ ਨੇ। ਜੇ ਕੋਈ ਕਵੇ ਬੱਚੇ ਕਿੰਨੇ ਦਿੱਤੇ, ਕਿਆ ਕਰੋ ਗੁਰੂ ਗ੍ਰੰਥ ਸਾਹਿਬ ਨੇ। ਜੇ ਕੋਈ ਕਵੇ ਕਿ ਧੀਆਂ ਕਿੰਨੇ ਦਿੱਤੀਆਂ, ਦੁੱਧ ਪੁੱਤ ਕਿੰਨੇ ਦਿੱਤਾ, ਧਨ ਕਿੰਨੇ ਦਿੱਤਾ, ਨੌਕਰੀਆਂ ਕਿਹਦੀ ਕਿਰਪਾ ਨਾਲ ਮਿਲੀਆਂ, ਆਪਾਂ ਸਾਰੇ ਇੱਕ ਸੁਰ ਵਿੱਚ ਹੋ ਕੇ ਕਹਿਣ ਲੱਗ ਪਈਏ ਵੀ ਗੁਰੂ ਗ੍ਰੰਥ ਸਾਹਿਬ ਨੇ। ਇੱਕ ਦਿਨ ਦੇ ਵਿੱਚ ਇਨਕਲਾਬ ਆ ਸਕਦਾ ਹੈ, ਪਰ ਕਈ ਵਾਰ ਸਾਡੀਆਂ ਤਾਰਾਂ ਸੱਜੇ ਖੱਬੇ ਕੱਚੇ ਪਿੱਲਿਆਂ ਨਾਲ ਜਦੋਂ ਜੁੜ ਜਾਂਦੀਆਂ ਨੇ, ਬਖਸ਼ਿਸ਼ਾਂ ਤੇ ਗੁਰੂ ਦੀਆਂ ਹੁੰਦੀਆਂ ਨੇ, ਤੇ ਕਈ ਵਾਰ ਬੰਦਾ ਜੋੜਦਾ ਉਹਨੂੰ ਕੱਚੇ ਪਿੱਲਿਆਂ ਦੇ ਨਾਲ ਹੈ। ਸਤਿਗੁਰੂ ਕਿਰਪਾ ਕਰੇ, ਜਿੱਥੇ ਅਸੀਂ ਗੁਰੂ ਗੁਰੂ ਜਪੀਏ, ਉੱਥੇ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਗੁਰੂ ਦੇ ਨਾਲ ਹੀ ਜੋੜੀਏ, ਕਿਉਂਕਿ ਜਿਹੜੀਆਂ ਬਖਸ਼ਿਸ਼ਾਂ ਗੁਰੂ ਕਰ ਸਕਦਾ ਉਹ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਥਾਂ ਨਹੀਂ ਲੈ ਸਕਦਾ। ਮੈਂ ਭਾਈ ਗੁਰਦਾਸ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰਾਂ। ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਮਨੁੱਖ ਦੀ ਇੱਛਾ ਹੋਵੇ ਕਿ ਮੈਂ ਅੰਬ ਦਾ ਰਸ ਲੈਣਾ, ਤੇ ਕੋਈ ਬੰਦਾ ਉਹਨੂੰ ਕਵੇ ਕਿ ਆ ਮੈਂ ਤੈਨੂੰ ਇਮਲੀ ਖਵਾ ਦੇਵਾਂ ਤੇ ਤੈਨੂੰ ਇਮਲੀ ਦੇ ਵਿੱਚੋਂ ਅੰਬ ਦਾ ਰਸ ਮਿਲ ਜਾਵੇਗਾ। ਭਾਈ ਸਾਹਿਬ ਕਹਿਣ ਲੱਗੇ, ਜਿਵੇਂ ਇਮਲੀ ਵਿੱਚੋਂ ਅੰਬ ਦਾ ਰਸ ਨਹੀਂ ਮਿਲਦਾ, ਇਵੇਂ ਕੱਚਾ ਪਿੱਲਾ ਅਧੂਰਾ ਗੁਰੂ ਜਿਹੜਾ ਹੈ ਉਹ ਸੱਚੇ ਗੁਰੂ ਵਰਗੀ ਬਖਸ਼ਿਸ਼ ਨਹੀਂ ਕਰ ਸਕਦਾ। ਜਿਵੇਂ ਇੱਕ ਬੱਚਾ ਪਿਤਾ ਦੀ ਗੋਦ ਵਿੱਚ ਬੈਠਾ ਹੋਵੇ ਤੇ ਕੋਈ ਉਹਨੂੰ ਪਿਤਾ ਦੀ ਗੋਦ ਤੋਂ ਵਾਂਝਿਆ ਕਰਕੇ ਕਵੇ ਆ ਮੈਂ ਤੈਨੂੰ ਚਾਚੇ ਦੀ, ਤਾਏ ਦੀ, ਗਵਾਂਢੀ ਦੀ ਗੋਦ ਵਿੱਚ ਬਹਾਲ ਦੇਵਾਂ। ਪਹਿਲੀ ਗੱਲ ਤੇ ਇਹ ਕਿ ਉਸ ਬੱਚੇ ਨੂੰ ਪਿਤਾ ਵਰਗਾ ਪਿਆਰ ਗਵਾਂਢੀ ਦੀ ਗੋਦ ਵਿੱਚੋਂ ਨਹੀਂ ਮਿਲਣਾ, ਤੇ ਜੇ ਕਿਤੇ ਮਿਲ ਵੀ ਜਾਏ ਤੇ ਲੋਕੀ ਤਾਨੇ ਦੇ ਦੇ ਕੇ ਮਾਰ ਦਿੰਦੇ ਨੇ ਵੀ ਆਪਣੇ ਪਿਤਾ ਦਾ ਨਹੀਂ ਬਣਿਆ, ਗਵਾਂਢੀ ਦੀ ਗੋਦ ਵਿੱਚ ਜਾ ਕੇ ਬਹਿੰਦਾ। ਇਹ ਅਲਾਮੇ ਸਾਨੂੰ ਮਿਲਦੇ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਠੇਰਿਆਂ ਨੂੰ ਮੱਥਾ ਟੇਕਦੇ ਹਾਂ, ਅਲਪ ਸ਼ਕਤੀਆਂ ਕੋਲ ਜਾਂਦੇ ਹਾਂ। ਇਹ ਤਾਨੇ ਸਾਨੂੰ ਮਿਲਦੇ ਨੇ, ਸੱਚਮੁੱਚ ਇਹ ਉਲਾਮੇ ਸਾਨੂੰ ਮਿਲਦੇ ਨੇ ਕਿ
जे घर हुंदा मंगण जाइए फिर उलामा मिलै तहीं। भाई साहब ने बचन कहे, आंब की सदर कत मिटत आमली खाए। पिता का प्यार ना पड़ोसी पै पाइयै, सागर की निध कत पाइयत पोखर सो। दिनकर सम दीप जोत ना पुजाइयै, सागर का खजाना कदे छपड़ां विचों मिलिया। कदे कोई दीवे की जोत सूरज के तुल हो सकती है। इंद्र बरखा समान पुजस ना कूप जल। कहते कदे वरखा के बराबर खूह का पानी नहीं पहुँचता। चंदन सुबास ना पलास महकाइए। किसी पलाह वर्गे दरख्त विचों चंदन वर्गी सुगंधी आ सकती है। श्री गुर दयाल की दया ना आन देव मैं, खंड ब्रह्मंड उदय अस्त लोधाइए। सूरज चढ़न तो लैके सूरज छिपण तक, एक कोने तो लैके दूजे कोने तक भटक के वेख लो। गुरु वर्गी बख्शिश, गुरु वर्गी दया किसी होर अल्प शक्ति विच नहीं। इस करके भट्ट साहबान सानू प्रेरित करते ने, गुरु गुर गुरु गुर गुरु जप सत कर। हे भाई शरधा दे नाल भावना दे नाल सदा अपनी रसना तो गुरु गुरु जप के गुरु दियां ते परमेश्वर दियां वडियाइयां करिया कर। गुरु शब्द विच किन्नी बख्शिश है कि जदों गुरु रामदास महाराज गुरगद्दी ते विराजमान होए ते गुरु अमरदास महाराज ने कहा, पुरखा जदों जीवन विच किसी नूं कोई प्राप्ति हुंदी है ते ओह उस अहुदे की प्राप्ति करन तो बाद दो शब्द संसारी जीवां नाल जरूर साझियां करदा है। उठ के तू भी अज जिहड़ियां बख्शिशां तैनूं गुरु अमरदास जी तो परमेश्वर तो मिलियां ने, भाई जेठा जी नूं कहा कि इहदे बारे कुछ कहो। ते भाई जेठा जी दा अग्गों उत्तर सी, तुमरे गुण क्या कहाँ मेरे सतगुरा, जब गुर बोलै तब बिस्म होए जाए। हे मेरे सतगुरु मैं तेरे किहड़े किहड़े गुण कवां, किहड़ी किहड़ी वडियाई कवां। बस जदों मेरी रसना ते गुरु शब्द आ जाता है ना, तो मेरा हिरदा वैराग नाल भर जाता है। मेरे अंदर झरनाहट छिड़ जाती है कि हम रुलते फिरते कोई बात ना पूछता, गुर सतगुर संग कीरे हम थापे। कहन लगे जब गुर बोलें तब बिस्म होए जाए। अंदर विस्मादित अवस्था बन जाती है, अंदर झरनाहट छिड़ जाती है। मैं कहना भी चाहवां तो नहीं किया जा सकता, मेरा गला वैराग नाल भर जाता है। गुरु शब्द नाल इन्ने जिहड़े पर उपकार जुड़े ने। साहब कहन लगे मैं तो इक्को ही गल कह सकांगा, हे मेरे परमेश्वर, जिवें कोई किसी का गुलाम हुंदा है ना, उन्हें उहदे ते कोई रंग ला के निशानी लाई हुंदी है भी ये जे बाहर भी जावे तो पहचानिया जावे भी फलाने का गुलाम है। कहते मैं परमात्मा अगे इक्को अरदास करांगा भी जां तां मेरे शरीर ते इहो जिहा रंग ला दे, जां शैणी हथौड़ा पकड़ के मेरे मत्थे ते एक दाग दाग दे, एक निशानी ला दे भी मैं अपने आप नूं लुको ना सकां। मैं शहर बाजार विच भी तुरिया जावां ते मैनूं लोग कहण गुरु अमरदास दा करजाई जांदा है, गुरु अमरदास दा गुलाम जांदा है। मैं अपने आप नूं लुको ना सकां। मेरे राम हम सतगुर लाले कांडे, हमरै मस्तक दाग दगाना हम करज गुरु बो साडे। हे गुरु अमरदास जी, तेरा मेरे ते बड़ा करजा है ते तू मैनू अपना गुलाम बना के मेरे मत्थे ते एक निशानी ला दे कि मैं जिधर भी जावां लोग वेख के कहण कि ये गुरु अमरदास जी का करजाई जांदा। इन्नी बख्शिश है गुरु शब्द विच कि मैं तेरे किहड़े किहड़े गुण कवां। सारे एक बार प्यार विच भिज के आखो धन श्री गुरु ग्रंथ साहिब जी, धन श्री गुरु रामदास जी। तां कि साडे जीवन दे विच बरकतां आ जाण, बख्शिशां नाल साडा जीवन भर सके। सारियां संगतां नूं सतगुरु गुरु रामदास जी दे प्रकाश गुरपुरब दीआं बहुत बहुत वधाइयां। कोटान कोट शुक्र अकाल पुरख वाहिगुरू जी दा, धन धन साहिब सतगुरु गुरु ग्रंथ साहिब जी दा, आप सारियां संगतां दा, प्रबंधकां दा, और खास करके उचेचे तौर पर श्रोमणी गुरुद्वारा प्रबंधक कमेटी का समुचा प्रबंध, प्रचारक साहबान, सत्कारयोग मैनेजर साहबान अते इस इलाके की नुमाइंदगी कर रहे साडे सारियां दे सत्कारयोग सरदार हरजाप सिंह जी, मैंबर श्रोमणी गुरुद्वारा प्रबंधक कमेटी,
ਇਸ ਸਥਾਨ ਦਾ ਸਮੁੱਚਾ ਸਟਾਫ ਜਿਨ੍ਹਾਂ ਨੇ ਦਾਸ ਨੂੰ ਇਹ ਸਮਾਂ ਬਖਸ਼ਿਸ਼ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਾਏ ਨੇ। ਅਗਲਾ ਪ੍ਰੋਗਰਾਮ ਆਪ ਜੀ ਪ੍ਰਚਾਰਕ ਸਾਹਿਬਾਨ, ਸਟੇਜ ਸਕੱਤਰ ਸਾਹਿਬਾਨ ਪਾਸੋਂ ਸਰਵਣ ਕਰੋ। ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ, ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਵੀ ਆਪ ਸੰਗਤਾਂ ਦੇ ਦਰਸ਼ਨ ਕਰਨੇ ਹਨ। ਜਾਂ ਜਿਸ ਤਰ੍ਹਾਂ ਸਟੇਜ ਸਕੱਤਰ ਸਾਹਿਬ ਜੀ ਅਨਾਉਂਸ ਕਰਨਗੇ, ਆਪ ਜੀ ਅਗਲਾ ਪ੍ਰੋਗਰਾਮ ਸਰਵਣ ਕਰੋ। ਉਚੇਚੇ ਤੌਰ 'ਤੇ ਫਿਰ ਇੱਕ ਵਾਰ ਸਾਰੀ ਸਾਧ ਸੰਗਤ ਦਾ ਅਤੇ ਸਤਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਦਾਸ ਆਪਣੀਆਂ ਭੁੱਲਾਂ ਤੋਂ ਖਿਮਾ ਦੀ ਜਾਚਨਾ ਕਰਕੇ ਫਿਰ ਇੱਕ ਵਾਰ ਫਤਿਹ ਬੁਲਾਉਣਾ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।